ਹੈਲੋ ਹਾਂਜੀ ਵੈਲਕਮ ਕਰਦੇ ਹਾਂ ਤੁਹਾਡਾ ਨਰਸਿੰਗ ਕਰੀਅਰ ਚੈਨਲ ਦੇ ਉੱਤੇ। ਸੋ ਐਗਜ਼ਾਮ ਨੇੜੇ ਹੀ ਆ ਰਿਹਾ ਵਾ। 24 ਆਫ ਜੁਲਾਈ ਨੂੰ ਬਾਬਾ ਫਰੀਦ ਵੱਲੋਂ ਸਟਾਫ ਨਰਸ ਦਾ ਐਗਜ਼ਾਮ ਲਿਆ ਜਾਣਾ। ਸੋ ਸਾਰਿਆਂ ਨੂੰ ਰਿਕੁਐਸਟ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਅਤੇ ਆਪਾਂ ਰੋਜ਼ ਦਿਨ ਦੇ ਵਿੱਚ 2 ਜਾਂ 3 ਵੀਡੀਓਜ਼ ਡੇਲੀ ਅਪਲੋਡ ਕਰਿਆ ਕਰਾਂਗੇ ਤਾਂ ਕਿ ਤੁਹਾਡੀ ਚੰਗੀ ਤਰ੍ਹਾਂ ਹੈਲਪ ਹੋ ਸਕੇ। ਅਤੇ ਅੱਜ ਵੀ ਆਪਾਂ ਪ੍ਰਾਇਓਰਿਟੀ ਬੇਸਡ ਕੁਐਸਚਨਸ ਹੀ ਕਰਨੇ ਆ ਕਿਉਂਕਿ ਇੱਦਾਂ ਦੇ ਕੁਐਸਚਨਸ ਹੀ ਜ਼ਿਆਦਾ ਪੁੱਟ ਹੁੰਦੇ ਆ ਐਗਜ਼ਾਮ ਦੇ ਵਿੱਚ। ਸੋ ਸਾਰਿਆਂ ਨੂੰ ਰਿਕੁਐਸਟ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਨਰਸਿੰਗ ਕਰੀਅਰ ਚੈਨਲ ਆਪਣਾ ਅਤੇ ਇੱਕ ਚੈਨਲ ਹੋਰ ਆ ਸਟੱਡੀ ਐਂਡ ਕਰੀਅਰ, ਉਹਦੇ 'ਤੇ ਜ਼ਿਆਦਾਤਰ ਜੋਬ ਨੋਟੀਫਿਕੇਸ਼ਨ ਬਾਰੇ ਦੱਸਿਆ ਜਾਂਦਾ ਵਾ। ਸੋ ਚਲੋ ਸਟਾਰਟ ਕਰਦੇ ਹਾਂ। ਜਿਹਦਾ ਫਸਟ ਕੁਐਸਚਨ, A nurse assessed that the pulse of 2-year-old hospitalized toddler is 120 beats per minute. So ਇੱਕ ਕਲਾਇੰਟ ਆ 2-year-old hospitalized ਕੀਤਾ ਗਿਆ ਟੋਲਡਰ, ਸੋ ਉਹਦੀ 120 beats per minute ਪਲਸ ਆ। ਨੈਕਸਟ, ਵਟ ਸ਼ੁੱਡ ਬੀ ਦਾ ਨਰਸ ਪ੍ਰਾਇਓਰਿਟੀ ਬੇਸਡ ਔਨ ਦਿਸ ਫਾਈਂਡਿੰਗ। ਇਹਦੇ 'ਤੇ ਬੇਸਿਸ ਨਰਸ ਦੀ ਕੀ ਪ੍ਰਾਇਓਰਿਟੀ ਹੋਊਗੀ। ਸੋ A, notify the physician. B, apply oxygen by face mask. C, document the toddler's pulse. D, reassesses the toddler's vital signs in 15 minutes. ਸੋ ਪਲਸ ਦੀ ਗੱਲ ਹੋ ਰਹੀ ਆ, 120 ਬੀਟਸ ਪਰ ਮਿੰਟ ਜਾ ਰਹੀ ਆ, 2-year-old ਹੋਸਪਿਟਲਾਈਜ਼ ਪੇਸ਼ੈਂਟ ਆ। ਸੋ ਇਹਦੇ ਵਿੱਚ ਆਪਾਂ ਪਹਿਲਾਂ ਫਿਰ ਪਲਸ ਨੂੰ ਹੀ ਡਾਕੂਮੈਂਟ ਦਾ ਟੋਲਡਰ ਪਲਸ ਨੂੰ ਹੀ ਫਸਟ ਪ੍ਰਾਇਓਰਿਟੀ ਦੇਵਾਂਗੇ। ਬਾਕੀ ਵੀ ਇੰਪੋਰਟੈਂਟ ਨੇ ਬਟ ਉਹ ਬਾਅਦ ਦੇ ਵਿੱਚ ਹੋਊਗੀ ਪ੍ਰਾਇਓਰਿਟੀ। ਸੀ ਇਜ਼ ਦਾ ਰਾਈਟ ਆਂਸਰ। ਨੈਕਸਟ, ਸੈਕਿੰਡ, which nursing diagnosis has the highest priority for a child diagnosed with Addison disease? Addison disease ਆ ਚਾਈਲਡ ਨੂੰ, ਸੋ ਉਹਦੇ ਵਿੱਚ ਆਪਾਂ ਹਾਈਐਸਟ ਪ੍ਰਾਇਓਰਿਟੀ ਕੀ ਦੇਖਣੀ ਆ। A, potential excess fluid volume. B, disturbed body image. C, altered development. D, altered sleep and rest. ਸੋ ਐਡੀਸਨ ਡਿਸੀਜ਼ ਦੇ ਵਿੱਚ ਆਪਾਂ ਡਿਸਟਰਬਡ ਬੋਡੀ ਇਮੇਜ ਨੂੰ ਚੈੱਕ ਕਰਨਾ ਫਸਟ, ਅਤੇ ਨੈਕਸਟ ਪ੍ਰਾਇਓਰਿਟੀਆਂ ਨੇ ਜਿਹੜੀਆਂ ਉਹ ਆਪਾਂ ਬਾਅਦ 'ਚ ਅਸੈਸ ਕਰਨੀਆਂ ਨੇ। ਸੋ ਐਡੀਸਨ ਇੱਕ ਡਿਸੀਜ਼ ਆ, ਸੋ ਇਹਦੇ ਵਿੱਚ ਬੋਡੀ ਇਮੇਜ ਜ਼ਿਆਦਾ ਡਿਸਟਰਬ ਹੋ ਜਾਂਦੀ ਆ, ਸੋ ਆਪਾਂ ਮੇਨ ਇਹੀ ਚੈੱਕ ਕਰਾਂਗੇ। ਕੁਐਸਚਨ ਨੰਬਰ 3rd, ਐਨ ਐਲਡਰਲੀ ਵੂਮਨ ਇਜ਼ ਐਡਮਿਟਡ ਟੂ ਦਾ ਹੌਸਪੀਟਲ ਵਿਦ ਅ ਪ੍ਰੋਡਕਟਿਵ ਕਫ। ਸੋ ਇੱਕ ਐਲਡਰਲੀ ਵੂਮਨ ਆ ਐਡਮਿਟ ਹੋਈ ਆ ਹੌਸਪੀਟਲ ਦੇ ਵਿੱਚ ਵਿਦ ਅ ਪ੍ਰੋਡਕਟਿਵ ਕਫ, progressive forgetfulness, an inability to concentrate and disinterest in her personal hygiene. ਸੋ ਇਹ ਹੋਰ ਵੀ ਅਲੱਗ-ਅਲੱਗ ਸਾਈਨਸ ਨੇ। ਨੈਕਸਟ, ਵਟ ਸ਼ੁੱਡ ਬੀ ਦਾ ਗ੍ਰੇਟੈਸਟ ਪ੍ਰਾਇਓਰਿਟੀ ਐਜ਼ ਦਾ ਨਰਸ ਅਸੈਸ ਦਿਸ ਕਲਾਇੰਟ। ਸੋ ਨਰਸ ਦੀ ਗ੍ਰੇਟੈਸਟ ਪ੍ਰਾਇਓਰਿਟੀ ਕੀ ਹੋਊਗੀ। ਸੋ ਐਲਡਰਲੀ ਵੂਮਨ ਐਡਮਿਟ ਹੋਈ ਹੈ ਵਿਦ ਆ ਸਾਈਨ ਐਂਡ ਸਿੰਪਟਮਸ ਦੇ ਨਾਲ, ਸੋ ਇਹਦੇ ਵਿੱਚ ਆਪਾਂ ਪ੍ਰਾਇਓਰਿਟੀ ਦੇਖਣੀ ਹੈ। A, her progressive forgetfulness. B, her inability to concentrate. C, her disinterest in her personal hygiene. D, her productive cough. ਸੋ ਪ੍ਰੋਡਕਟਿਵ ਕਫ ਦੇ ਨਾਲ ਹੀ ਉਹ ਆਈ ਆ, ਸੋ ਆਪਾਂ ਮੇਨ ਕਫ ਨੂੰ ਹੀ ਇੰਪੋਰਟੈਂਸ ਦੇਵਾਂਗੇ। ਸੋ ਮੇਨ ਆਪਾਂ ਫਸਟ 'ਤੇ ਹਾਈਐਸਟ ਗ੍ਰੇਟੈਸਟ ਪ੍ਰਾਇਓਰਿਟੀ ਨਰਸ ਦੀ ਹਰ ਪ੍ਰੋਡਕਟਿਵ ਕਫ ਹੀ ਰਹੂਗੀ। ਸੋ D ਇਜ਼ ਦਾ ਰਾਈਟ ਆਂਸਰ। Next, question number 4th, a young adult is admitted with a diagnosis of Guillain-Barré syndrome. So young adult ਆ ਜਿਹੜਾ ਐਡਮਿਟ ਹੋਇਆ with the diagnosis of Guillain-Barré syndrome ਦੇ ਨਾਲ, diagnose ਆ Guillain-Barré syndrome। ਤੇ which nursing action will be the highest priority as the nurse plan care? So ਕਿਹੜੀ highest priority ਹੋਊਗੀ। A, range of motion exercises. B, monitor respirations. C, turn every 2 hours. D, provide emotional support. ਸੋ ਗੁਲੀਅਨ-ਬਾਰੇ ਸਿੰਡਰਮ ਦੇ ਵਿੱਚ ਮੋਨੀਟਰ ਰੈਸਪੀਰੇਸ਼ਨਸ ਹਾਈਐਸਟ ਪ੍ਰਾਇਓਰਿਟੀ ਰਹੂਗੀ। ਰੈਸਪੀਰੇਸ਼ਨਸ ਨੂੰ ਮੋਨੀਟਰ ਕਰਦੇ ਰਹਿਣਾ, ਸੋ ਇਹੀ ਨਰਸ ਦੀ ਇੱਕ ਹਾਈਐਸਟ ਪ੍ਰਾਇਓਰਿਟੀ ਰਹੂਗੀ। ਕੁਐਸਚਨ ਨੰਬਰ 5th, what is the nursing priority when administering care to a client with a severe hyperthyroidism?
ਸੋ ਕੀ ਇਹਦੇ ਵਿੱਚ ਨਰਸਿੰਗ ਪ੍ਰਾਇੋਰਟੀ ਰਹੂਗੀ ਵੈਨ ਐਡਮਿਨਿਸਟਰਿੰਗ ਕੇਅਰ ਟੂ ਅ ਕਲਾਇੰਟ ਵਿਦ ਸੀਵੀਅਰ ਹਾਈਪੋਥਾਇਰੋਇਡਿਜ਼ਮ ਦੇ ਵਿੱਚ? A. Assesses for recent emotional trauma. B. Provide a calm non-stimulation environment. C. Provide diversionary activity. D. Encourage range of motion exercises. ਸੋ ਹਾਈਪਰਥਾਇਰੋਇਡਿਜ਼ਮ ਦੇ ਵਿੱਚ ਪੇਸ਼ੈਂਟ ਜ਼ਿਆਦਾ ਹਾਈਪਰ ਹੋ ਜਾਂਦਾ ਵਾ। ਇਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਆਪਣੀ ਨਰਸਿੰਗ ਦੀ ਪ੍ਰਾਇੋਰਟੀ ਹੈਗੀ ਆ ਮੇਨ ਵੀ ਉਹਨੂੰ ਪ੍ਰੋਵਾਈਡ ਆ ਕਾਮ ਨੋਨ ਸਟੀਮੂਲੇਸ਼ਨ ਇਨਵਾਇਰਮੈਂਟ ਪ੍ਰੋਵਾਈਡ ਕਰਨਾ। ਸਭ ਤੋਂ ਪਹਿਲਾਂ ਇਨਵਾਇਰਮੈਂਟ ਉਹਨੂੰ ਕਾਮ ਹੋਣਾ ਚਾਹੀਦਾ। ਨੈਕਸਟ ਜਿਹੜੀਆਂ ਅਦਰਸ ਨੇ ਉਹ ਬਾਅਦ 'ਚ ਹੋਣਗੀਆਂ ਨਰਸਿੰਗ ਪ੍ਰਾਇੋਰਟੀਜ਼। ਸੋ ਫਸਟ ਤੇ ਮੇਨ ਪ੍ਰੋਵਾਈਡ ਆ ਕਾਮ ਨੋਨ ਸਟੀਮੂਲੇਸ਼ਨ ਇਨਵਾਇਰਮੈਂਟ, ਇਹੀ ਰਹੂਗੀ। ਸੋ B ਇਜ਼ ਦਾ ਰਾਈਟ ਆਨਸਰ। ਨੈਕਸਟ ਇੱਦਾਂ ਦੇ ਹੀ ਜ਼ਿਆਦਾ ਪੁੱਟ ਕੀਤੇ ਜਾਂਦੇ ਆ ਕਿਉਂਕਿ ਉਹ ਪ੍ਰਾਇੋਰਟੀ ਵਾਈਜ਼ ਹੁੰਦੇ ਨੇ। ਆਪਾਂ ਜਿੱਦਾਂ ਹੌਸਪੀਟਲ ਦੇ ਵਿੱਚ ਵਰਕ ਕਰਦੇ ਹੁੰਦੇ ਹਾਂ, ਸੋ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੀ ਆਪਾਂ ਨੂੰ ਸਭ ਤੋਂ ਜ਼ਰੂਰੀ ਆ। ਸੋ ਇਹਦੇ ਬੇਸਿਸ 'ਤੇ ਹੀ ਜ਼ਿਆਦਾ ਕੁਐਸਚਨ ਪੁੱਟ ਹੁੰਦੇ ਆ। ਬਹੁਤ ਘੱਟ ਚਾਂਸਿਸ ਹੁੰਦੇ ਆ ਵੀ ਜਿਵੇਂ ਲਾਈਕ ਆਪਾਂ GNM ਦੇ ਵਿੱਚ ਸਟੱਡੀ ਕੀਤੀ ਆ ਐਨੈਟਮੀ ਐਂਡ ਫਿਜ਼ੀਓਲੋਜੀ, ਉਹ ਥੋੜ੍ਹੇ ਘੱਟ ਚਾਂਸਿਸ ਹੁੰਦੇ ਆ। ਜਿਹੜੇ ਪ੍ਰਾਇੋਰਟੀ ਬੇਸਡ ਕੁਐਸਚਨ ਹੁੰਦੇ ਆ 80% ਇਹਨਾਂ ਵਿੱਚੋਂ ਹੀ ਆਉਂਦੇ ਆ ਕੁਐਸਚਨਸ। ਸੋ ਸਿਕਸਥ, ਐਨ ਅਡਲਟ ਹੂ ਇਜ਼ ਡਿਸਓਰੀਐਂਟਡ, confused and unable to answer simple questions coherently is admitted. Which action is the of highest priority? So एक adult आ disoriented आ confused and unable आ to answer देण लई, so admit होया वा। so केड़ी highest priority बनूंगी? A. obtain a psychiatric consultant. B. check the client's glucose level. C. restrain the client. D. administer lorazepam. ਸੋ ਇਹਦੇ ਵਿੱਚ ਨਰਸਿੰਗ ਪ੍ਰਾਇੋਰਟੀ ਬਣੂਗੀ ਚੈੱਕ ਦਾ ਕਲਾਇੰਟਸ ਗਲੂਕੋਸ ਲੈਵਲ, ਕਲਾਇੰਟ ਦਾ ਗਲੂਕੋਸ ਲੈਵਲ ਚੈੱਕ ਕਰਨਾ। ਨੈਕਸਟ ਸੈਵਨਥ ਹੈਗਾ ਵਟ ਇਜ਼ ਦਾ ਪ੍ਰਾਇੋਰਟੀ ਵੈਨ ਵਰਕਿੰਗ ਵਿਦ ਅ ਗਰੁੱਪ ਆਫ ਮਿਡਲ ਏਜ ਅਡਲਟ ਕਲਾਇੰਟਸ। ਸੋ ਇੱਕ ਨਰਸ ਆ, ਉਹ ਵਰਕ ਕਰ ਰਹੀ ਆ, ਮਿਡਲ ਏਜਡ ਦੇ ਅਡਲਟਸ ਨੇ, ਉਹਨਾਂ ਨਾਲ ਉਹਨੂੰ ਕੰਮ ਕਰਨ ਦਾ ਮੌਕਾ ਮਿਲਿਆ ਵਾ, ਤਾਂ ਉਹਦੇ ਵਿੱਚ ਜਦੋਂ ਉਹ ਕੰਮ ਕਰੂ ਤਾਂ ਉਹਦੀ ਪ੍ਰਾਇੋਰਟੀ ਕੀ ਰਹੂਗੀ? A. ਰੀਸੈਸ਼ਨ ਆਫ ਸਮੋਕਿੰਗ, B. prevention of infection, C. abstinence from alcohol, D. decreasing high density lipoproteins level. ਸੋ ਇਹਦੇ ਵਿੱਚ ਪ੍ਰਾਇੋਰਟੀ ਰਹੂਗੀ ਕਿਉਂਕਿ ਅਡਲਟ ਜਿਹੜਾ ਮਿਡਲ ਏਜਡ ਗਰੁੱਪ ਹੁੰਦਾ ਵਾ ਉਹ ਸਮੋਕਿੰਗ 'ਤੇ ਜ਼ਿਆਦਾ ਧਿਆਨ ਦਿੰਦਾ ਵਾ। ਸੋ cessation of smoking is the right answer. 8th, during a blood transfusion a client develops chills and a headache. ਬਲੱਡ ਟਰਾਂਸਫਿਊਜ਼ ਕਰਦੇ ਸਮੇਂ ਕਲਾਇੰਟ ਨੂੰ ਠੰਡ ਤੇ ਹੈਡੇਕ ਹੋ ਰਹੀ ਆ, ਠੰਡ ਲੱਗ ਰਹੀ ਹੈ, ਚਿਲਿੰਗ ਹੋ ਰਹੀ ਹੈ ਅਤੇ ਹੈਡੇਕ ਹੋ ਰਹੀ ਹੈ। ਸੋ ਕਿਹੜੀ ਪ੍ਰਾਇੋਰਟੀ ਬਣੂਗੀ ਨਰਸ ਦੀ? ਵਟ ਇਜ਼ ਦਾ ਪ੍ਰਾਇੋਰਟੀ ਆਫ ਨਰਸਿੰਗ ਐਕਸ਼ਨ? A. cover the client. B. stop the transfusion at once. C. decrease the rate of the blood infusion. D. notify the healthcare provider. So main ਬਣੂਗੀ stop the transfusion at once. ਜਲਦੀ ਤੋਂ ਜਲਦੀ ਆਪਾਂ stop ਕਰ ਦੇਣਾ blood. Next 9th, tissue plasminogen activator is to be administered to a client in emergency department ਵਿੱਚ। ਸੋ ਕਲਾਇੰਟ ਨੂੰ ਟਿਸ਼ੂ ਪਲਾਜ਼ਮੋਜਨ ਐਕਟੀਵੇਟਰ ਐਡਮਿਨਿਸਟਰ ਹੋਇਆ, ਸੋ ਕੀ ਪ੍ਰਾਇੋਰਟੀ ਬਣੂਗੀ? ਕੀ ਚੈੱਕ ਕਰਾਂਗੇ? ਐਪੀਕਲ ਪਲਸ ਰੇਟ, B. ਇਲੈਕਟ੍ਰੋਲਾਈਟ ਲੈਵਲਸ, C. ਸਾਈਨਸ ਆਫ ਬਲੀਡਿੰਗ, D. ਟਿਸ਼ੂ ਕੰਪੈਟੀਬਿਲਿਟੀ। ਸੋ ਇਹਦੇ ਵਿੱਚ ਆਪਾਂ ਸਾਈਨਸ ਆਫ ਬਲੀਡਿੰਗ ਵੀ ਕਿਤੇ ਬਲੀਡਿੰਗ ਤਾਂ ਨਹੀਂ ਹੋ ਰਹੀ, ਕੋਈ ਸਾਈਨ ਤਾਂ ਨਹੀਂ ਆ ਰਿਹਾ ਬਲੀਡਿੰਗ ਦਾ, ਸੋ ਇਹ ਨਰਸ ਦੀ ਮੇਨ ਪ੍ਰਾਇੋਰਟੀ ਰਹੂਗੀ। ਨੈਕਸਟ 10th ਦੇ ਵਿੱਚ ਹੈਗਾ ਦ ਨਰਸ ਓਬਜ਼ਰਵ ਡੈਟ 3 years old child in a crib has a clamped jaw and is having tonic clinic seizure. 3 year old child ਨੂੰ ਓਬਜ਼ਰਵ ਕਰ ਰਹੇ ਆ, ਸੋ ਸੀਜ਼ਰਸ ਵੀ ਆ ਰਹੇ ਨੇ ਉਹਨੂੰ। ਸੋ ਇਹਦੇ ਵਿੱਚ ਵਟ ਇਜ਼ ਦਾ ਪ੍ਰਾਇੋਰਟੀ ਨਰਸਿੰਗ ਰਿਸਪੋਂਸੀਬਿਲਿਟੀ ਐਟ ਦਿਸ ਟਾਈਮ?
ਉਸ ਟਾਈਮ ਤੇ ਕੀ ਪ੍ਰਾਇੋਰਟੀ ਹੋਊ ਇੱਕ ਨਰਸ ਦੀ। A. Apply restraints. B. Administer oxygen. C. Protect the child from self-injury. D. Insert a plastic airway in a child's mouth. ਸੋ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪ੍ਰੋਟੈਕਟ ਕਰਨਾ ਚਾਈਲਡ ਨੂੰ ਸੈਲਫ ਇੰਜਰੀ ਤੋਂ। ਸੋ ਇਹ ਪ੍ਰਾਇੋਰਟੀ ਰਹੂ। ਸੀ ਇਜ਼ ਦਾ ਰਾਈਟ ਆਨਸਰ। ਸੋ ਇਹ ਅੱਜ ਦੇ ਕੁਐਸਚਨ ਸੀ। ਇੱਦਾਂ ਦੇ ਕੁਐਸਚਨਸ ਹੋਰ ਅਪਲੋਡ ਕਰਾਂਗੇ ਜਿੰਨਾ ਚਿਰ ਐਗਜ਼ਾਮ ਨਹੀਂ ਆਉਂਦਾ। ਡੇਲੀ 2 ਜਾਂ 3 ਵੀਡੀਓਜ਼ ਅਪਲੋਡ ਹੋਇਆ ਕਰਨਗੀਆਂ। ਸੋ ਨਿਊ ਚੈਨਲ ਆ, ਤੁਹਾਡੇ ਸਾਰਿਆਂ ਦੀ ਸਪੋਰਟ ਦੀ ਬਹੁਤ ਜ਼ਰੂਰਤ ਆ। ਸੋ ਇੱਦਾਂ ਹੀ ਤੁਹਾਡੀ ਹੈਲਪ ਦੇ ਵਿੱਚ ਲੱਗੇ ਰਹਾਂਗੇ। ਸੋ ਉਮੀਦ ਕਰਦੇ ਹਾਂ ਇਹ ਵੀਡੀਓਜ਼ ਤੁਹਾਨੂੰ ਸਾਰਿਆਂ ਨੂੰ ਪਸੰਦ ਆਈਆਂ ਹੋਣਗੀਆਂ। ਕੋਈ ਵੀ ਇਨਕੁਆਇਰੀ ਹੁੰਦੀ ਹੈ, ਕੁਛ ਵੀ ਹੁੰਦਾ, ਕਮੈਂਟ ਦੇ ਵਿੱਚ ਜਾਂ ਪੁੱਛ ਲਿਆ ਕਰੋ। ਪੂਰੀ ਹੈਲਪ ਕਰਾਂਗੇ ਤੁਹਾਡਾ ਰਿਪਲਾਈ ਦੇਣ ਦੀ। ਸੋ ਥੈਂਕ ਯੂ।